ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਤੁਹਾਡਾ ਸਾਰਿਆਂ ਦਾ ਅੱਜ ਫਿਰ ਸਵਾਗਤ ਹੈ ਆਪਣੇ YouTube ਚੈਨਲ ਪੰਜਾਬੀ ਐਜੂਕੇਸ਼ਨ ਚੈਨਲ 'ਤੇ। ਜਿਵੇਂ ਐਜੂਕੇਸ਼ਨ ਚੈਨਲ ਬਣਾਉਣ ਤੋਂ ਪਹਿਲਾਂ ਹੀ ਤੁਹਾਡੇ ਨਾਲ ਜੋ ਆਪਾਂ ਜਾਣਕਾਰੀ ਸਾਂਝੀ ਕੀਤੀ ਸੀ ਇੰਟਰੋਡਕਸ਼ਨ ਦੇ ਵਿੱਚ ਕਿ ਸਾਡਾ ਚੈਨਲ ਬਣਾਉਣ ਦਾ ਸਿਰਫ ਅਤੇ ਸਿਰਫ ਮਨੋਰਥ ਇੰਨਾ ਹੀ ਹੈ ਕਿ ਜੋ ਸਾਡੀ ਨੌਜਵਾਨ ਪੀੜ੍ਹੀ ਹੈ, ਖਾਸ ਕਰ ਵਿਦਿਆਰਥੀ, ਪੰਜਾਬ ਦੇ ਜੋ ਵਿਦਿਆਰਥੀ ਆ, ਉਹਨਾਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ। ਵਿੱਦਿਆ ਪੱਖੋਂ ਸਾਡਾ ਜੋ ਸਮਾਜ ਹੈ, ਸਾਨੂੰ ਬੜੇ ਦੁਖੀ ਹੋ ਕੇ ਕਹਿਣਾ ਪੈ ਰਿਹਾ ਹੈ ਕਿ ਵਿੱਦਿਆ ਪੱਖੋਂ ਬਹੁਤ ਪਿੱਛੇ ਜਾ ਰਹੇ ਹਾਂ। ਪੈਸੇ ਪੱਖੋਂ, ਫੈਸ਼ਨ ਪੱਖੋਂ ਤਾਂ ਸਾਡਾ ਪੰਜਾਬ ਕਿਸੇ ਗੱਲੋਂ ਪਿੱਛੇ ਨਹੀਂ ਆ, ਪਰ ਜੇ ਵਿੱਦਿਆ ਦੀ ਗੱਲ ਕਰੀਏ, ਗਿਆਨ ਦੀ ਗੱਲ ਕਰੀਏ ਤਾਂ ਉਸ ਪੱਖੋਂ ਬਹੁਤ ਪਿੱਛੇ ਜਾ ਰਹੇ ਹਾਂ। ਜੇਕਰ ਤੁਹਾਨੂੰ ਯਾਦ ਹੋਵੇ ਤਾਂ ਜੋ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸੀ, ਉਸ ਤੋਂ ਲੈ ਕੇ ਅੰਗਰੇਜ਼ਾਂ ਦੇ ਸਮੇਂ ਤੱਕ ਪੰਜਾਬ ਦੇ ਵਿੱਚ ਵਿੱਦਿਆ ਦਾ ਬਹੁਤ ਜ਼ਿਆਦਾ ਬੋਲਬਾਲਾ ਰਿਹਾ ਹੈ। ਬਹੁਤ ਵੱਡੇ ਵੱਡੇ ਵਿਦਵਾਨ ਸਾਡੇ ਸਿੱਖ ਸਮਾਜ 'ਚ ਹੋਏ ਨੇ, ਪਰ ਪਿਛਲੇ ਕੁਝ ਸਮੇਂ ਤੋਂ ਜੋ ਸਾਡੀ ਜਵਾਨੀ ਹੈ, ਜੋ ਨੌਜਵਾਨ ਨੇ, ਉਹਨਾਂ ਦਾ ਰੁਝਾਨ ਪੈਸੇ ਵੱਲ ਜ਼ਿਆਦਾ ਹੈ, ਪਰ ਉਹਨਾਂ ਦਾ ਰੁਝਾਨ ਸਾਡੇ ਦੇਸ਼ ਦੇ ਜੋ ਸੰਵਿਧਾਨ ਹੈ ਜਾਂ ਦੇਸ਼ ਦਾ ਜੋ ਪ੍ਰਬੰਧਕੀ ਢਾਂਚਾ ਹੈ, ਉਸ ਵੱਲ ਬਿਲਕੁਲ ਨਹੀਂ ਹੈਗਾ। ਜਿਸ ਦੇਸ਼ 'ਚ ਅਸੀਂ ਰਹਿ ਰਹੇ ਹਾਂ, ਜੋ ਸਾਡਾ ਦੇਸ਼ ਹੈ, ਉਸ ਦੇਸ਼ ਦੇ ਵਿੱਚ ਜੇਕਰ ਸਾਨੂੰ ਉੱਥੋਂ ਦਾ ਪ੍ਰਬੰਧਕੀ ਢਾਂਚੇ ਬਾਰੇ ਨਹੀਂ ਪਤਾ, ਉੱਥੋਂ ਦੀ ਰਾਜਨੀਤਿਕ ਢਾਂਚੇ ਬਾਰੇ ਨਹੀਂ ਪਤਾ, ਅਤੇ ਕੱਲ੍ਹ ਨੂੰ ਅਸੀਂ ਆਪਣੇ ਵਿਕਾਸ ਬਾਰੇ ਕਿਵੇਂ ਸੋਚ ਸਕਦੇ ਹਾਂ। ਇਸ ਲਈ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਅੱਜ ਦੇ ਜੋ ਵਿਸ਼ਾ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਜਿਵੇਂ ਤੁਸੀਂ ਪੜ੍ਹ ਹੀ ਰਹੇ ਹੋ ਕਿ ਫੁੱਲ ਹਿਸਟਰੀ ਆਫ ਦਾ ਪ੍ਰੈਜ਼ੀਡੈਂਟਸ ਆਫ ਇੰਡੀਆ ਸਾਡੇ ਇਸ ਦੇ ਅੱਜ ਦੀ ਵੀਡੀਓ ਦਾ ਟਾਈਟਲ ਹੈ। ਇਸ ਦਾ ਜੋ ਮੇਨ ਮੁੱਖ ਮਕਸਦ ਇਹੀ ਹੈ ਕਿ ਜੋ ਸਾਡੇ ਦੇਸ਼ ਦੇ ਰਾਸ਼ਟਰਪਤੀ ਨੇ ਉਹ ਕੌਣ ਕੌਣ ਹੋਏ ਨੇ ਆਜ਼ਾਦੀ ਦੇ ਸਮੇਂ ਤੋਂ ਲੈ ਕੇ, ਉਹਨਾਂ ਦਾ ਕੀ ਇਤਿਹਾਸ ਆ ਅਤੇ ਉਹਨਾਂ ਨੇ ਸਮਾਜ ਵਾਸਤੇ ਕੀ ਕੀਤਾ। ਅਤੇ ਇਸ ਲਈ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਰਾਸ਼ਟਰਪਤੀ ਹੈ ਜੋ ਸਾਡੇ ਦੇਸ਼ ਦੀ ਸਭ ਤੋਂ ਪ੍ਰਮੁੱਖ ਸ਼ਖਸੀਅਤ ਹੈ। ਜੋ ਸਾਡਾ ਸੰਵਿਧਾਨ ਹੈ, ਕੌਨਸਟੀਟਿਊਸ਼ਨ ਆਫ ਇੰਡੀਆ ਹੈ, ਭਾਰਤ ਦਾ ਜੋ ਸੰਵਿਧਾਨ ਹੈ, ਭਾਰਤ ਸੰਵਿਧਾਨ ਦੇ ਵਿੱਚ ਦੇਸ਼ ਦਾ ਨੰਬਰ 1 ਨਾਗਰਿਕ ਹੈ ਜੋ ਰਾਸ਼ਟਰਪਤੀ ਨੂੰ ਕਿਹਾ ਗਿਆ ਹੈ। ਭਾਵ ਕਿ ਦੇਸ਼ ਦਾ ਸਭ ਤੋਂ ਜੋ ਉੱਚ ਪੱਧਰ ਹੈ, ਸਭ ਤੋਂ ਪਹਿਲੇ ਨੰਬਰ 'ਤੇ ਜੋ ਰਾਸ਼ਟਰਪਤੀ ਆਉਂਦਾ ਹੈ। ਉਸ ਤੋਂ ਬਾਅਦ ਜੋ ਨੀਚੇ ਦਾ ਜੋ ਪ੍ਰਬੰਧਕੀ ਢਾਂਚਾ ਆਉਂਦਾ ਹੈ, ਉਹਦੇ ਵਿੱਚ ਉਪ ਰਾਸ਼ਟਰਪਤੀ ਕਹਿ ਲਓ ਤੁਸੀਂ, ਗਵਰਨਰ ਹੁੰਦੇ ਨੇ, ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਕੈਬਨਿਟ ਹੈ, ਜਾਂ ਆਪਣੇ MLA ਨੇ, MPs ਨੇ, ਸਰਪੰਚ ਨੇ, ਇਹ ਸਾਰੇ ਉਹ ਪ੍ਰਬੰਧਕੀ ਢਾਂਚੇ ਦੇ ਇੱਕ ਹਿੱਸਾ ਨੇ। ਇਸ ਲਈ ਸਭ ਤੋਂ ਪਹਿਲਾਂ ਆਪਾਂ ਅੱਜ ਪ੍ਰੈਜ਼ੀਡੈਂਟ ਦੇ ਬਾਰੇ, ਭਾਵ ਰਾਸ਼ਟਰਪਤੀ ਦੇ ਬਾਰੇ ਗੱਲ ਕਰਾਂਗੇ ਕਿ ਜੋ ਹੁਣ ਤੱਕ ਦੇਸ਼ ਦੇ ਰਾਸ਼ਟਰਪਤੀ ਹੋਏ ਨੇ ਉਹ ਕੌਣ ਕੌਣ ਹੋਏ ਨੇ ਅਤੇ ਉਹਨਾਂ ਨੇ ਦੇਸ਼ ਵਾਸਤੇ ਕੀ ਕੀਤਾ, ਅਤੇ ਉਹਨਾਂ ਦਾ ਖੁਦ ਦਾ ਜੀਵਨ ਕਿਸ ਤਰ੍ਹਾਂ ਦਾ ਸੀ, ਕਿ ਉਹ ਕਿਵੇਂ ਇਸ ਵੱਡੀ ਉਪਲਬਧੀ 'ਤੇ ਪਹੁੰਚੇ। ਅੱਜ ਸਭ ਤੋਂ ਪਹਿਲਾਂ ਜੋ ਗੱਲ ਕਰਾਂਗੇ ਆਪਾਂ ਡਾਕਟਰ ਰਾਜਿੰਦਰ ਪ੍ਰਸਾਦ ਦੇ ਬਾਰੇ ਗੱਲ ਕਰਾਂਗੇ। ਜੋ ਡਾਕਟਰ ਰਾਜਿੰਦਰ ਪ੍ਰਸਾਦ ਸੀ ਇਹ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ। ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੋ ਸਾਡਾ ਦੇਸ਼ ਹੈ ਇਹ ਆਜ਼ਾਦ ਤਾਂ 1947 'ਚ ਹੋਇਆ, ਪਰ ਜਦੋਂ ਅਸੀਂ ਹਿਸਟਰੀ ਪੜ੍ਹਦੇ ਹਾਂ ਅਤੇ ਪੜ੍ਹਦੇ ਹਾਂ ਕਿ ਜੋ ਸਾਡੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਹੋਏ ਨੇ, ਉਹਨਾਂ ਦੇ ਜੋ ਕਾਰਜਕਾਲ ਹੈ, ਉਹਨਾਂ ਦੇ ਜੋ ਟੈਨਿਊਰ ਹੈ ਜਾਂ ਟਰਮ ਆਫ ਆਫਿਸ ਕਹਿੰਦੇ ਨੇ ਇਹਨੂੰ ਇੰਗਲਿਸ਼ ਦੇ ਵਿੱਚ, ਉਹ 26 ਜਨਵਰੀ 1950 ਤੋਂ ਹੋਇਆ। ਕਿ ਉਸ ਤੋਂ ਪਹਿਲਾਂ ਦੇਸ਼ ਕਿਵੇਂ ਚੱਲਦਾ ਸੀ, ਉਸ ਤੋਂ ਪਹਿਲਾਂ ਰਾਸ਼ਟਰਪਤੀ ਨਹੀਂ ਸਨ ਜਾਂ ਕੀ ਸੀ, ਇਹ ਸਵਾਲ ਸਾਡੇ ਸਾਰਿਆਂ ਦੇ ਮਨਾਂ 'ਚ ਆਉਂਦਾ ਹੈ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜੋ ਸਾਡੇ ਦੇਸ਼ ਦਾ ਸੰਵਿਧਾਨ ਹੈ ਉਹ ਪੂਰਨ ਤੌਰ 'ਤੇ ਲਾਗੂ ਜੋ ਹੋਇਆ ਹੈ 26 ਜਨਵਰੀ 1950 ਤੋਂ ਹੋਇਆ ਹੈ। ਉਸ ਤੋਂ ਪਹਿਲਾਂ ਜੋ ਵੀ ਦੇਸ਼ ਦੀਆਂ ਜੋ ਪ੍ਰਬੰਧਕੀ ਢਾਂਚਾ ਸੀ ਉਹ ਇੱਕ ਤਰ੍ਹਾਂ ਦੇ ਨਾਲ ਅੱਧਾ ਉਹਨੂੰ ਇੰਗਲੈਂਡ ਚਲਾ ਰਿਹਾ ਸੀ, ਭਾਵ ਬ੍ਰਿਟਿਸ਼ ਗੌਰਮੈਂਟ ਚਲਾ ਰਹੀ ਸੀ, ਅੱਧਾ ਇੰਡੀਆ ਚਲਾ ਰਿਹਾ ਸੀ, ਭਾਵ ਜੋ ਉੱਥੇ ਦੇ ਵਾਇਸਰਾਏ ਸੀ ਉਹ ਅੰਗਰੇਜ਼ ਸਨ। ਪ੍ਰਧਾਨ ਮੰਤਰੀ ਕਾਰਜਕਾਰੀ ਤੌਰ 'ਤੇ ਜਵਾਹਰ ਲਾਲ ਨਹਿਰੂ ਬਣੇ, ਪਰ ਜਿੰਨਾ ਚਿਰ ਸਾਡੇ ਦੇਸ਼ ਦਾ ਖੁਦ ਆਪਣਾ ਕਾਨੂੰਨ ਜਾਂ ਜਿੰਨਾ ਚਿਰ ਆਪਣੇ ਦੇਸ਼ ਦਾ ਸੰਵਿਧਾਨ ਨਹੀਂ ਹੈ ਅਤੇ ਉਹਨਾਂ ਚਿਰ ਸਾਡੇ ਕੋਲ ਕੋਈ ਪਾਵਰ ਨਹੀਂ ਹੈ ਕਿ ਸਾਡਾ ਦੇਸ਼ ਦਾ ਰਾਸ਼ਟਰਪਤੀ ਕਿਵੇਂ ਦਾ ਹੋਵੇਗਾ, ਉਹਦੀਆਂ ਕੀ ਪਾਵਰਾਂ ਹੋਣਗੀਆਂ, ਉਹਦੇ ਬਾਰੇ ਕੀ, ਕਿਵੇਂ ਉਹਨੂੰ ਚੁਣਿਆ ਜਾਵੇਗਾ। ਇਹ ਸਾਰਾ ਕੁਝ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ। ਸੰਵਿਧਾਨ ਦੇ ਵਿੱਚ ਸਾਡੇ ਰਾਸ਼ਟਰਪਤੀ ਦੀ ਚੋਣ, ਉਹਦੀਆਂ ਪਾਵਰਾਂ, ਉਹਨੂੰ ਗੱਦੀ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ,
ਇਹ ਸਾਰਾ ਕੁਝ ਦੱਸਿਆ ਹੋਇਆ ਹੈ। ਇਸ ਲਈ ਜਦੋਂ ਸਾਡਾ ਸੰਵਿਧਾਨ, ਜੋ ਦੇਸ਼ ਦਾ ਸੰਵਿਧਾਨ ਹੈ, 26 ਜਨਵਰੀ 1950 ਤੋਂ ਲਾਗੂ ਹੋਇਆ, ਤਾਂ ਉਸ ਸਮੇਂ ਜੋ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ ਉਹ ਸਨ ਡਾਕਟਰ ਰਜਿੰਦਰ ਪ੍ਰਸਾਦ। ਜੋ ਡਾਕਟਰ ਰਜਿੰਦਰ ਪ੍ਰਸਾਦ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ, ਉਹਨਾਂ ਦਾ ਜਨਮ ਹੋਇਆ 3 ਦਸੰਬਰ 1884। ਜੋ ਉਦੋਂ ਉਸ ਸਮੇਂ ਅੰਗਰੇਜ਼ਾਂ ਦੇ ਸਮੇਂ ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਪਹਿਲਾਂ ਜੋ ਬੰਗਾਲ ਪ੍ਰੋਵਿੰਸ ਸੀ, ਜੋ ਬੰਗਾਲ ਰਾਜ ਸੀ, ਬਹੁਤ ਵੱਡਾ ਸੀ, ਉੱਥੇ ਹੋਇਆ। ਜੋ ਬਾਅਦ ਵਿੱਚ ਜੋ ਸਟੇਟਾਂ ਬਣੀਆਂ ਤਾਂ ਅੱਜ ਦੇ ਕਹਿ ਲਓ ਕਿ ਬਿਹਾਰ ਦੇ ਵਿੱਚ ਸਿਵਾਨ ਡਿਸਟ੍ਰਿਕਟ ਦੇ ਵਿੱਚ ਹੋਇਆ। ਇਹ ਕਿੱਤੇ ਪੱਖੋਂ ਆਜ਼ਾਦੀ ਘੁਲਾਟੀਆ ਦੇ ਸਨ ਹੀ, ਇਹਦੇ ਨਾਲ ਉਹ ਵਕੀਲ ਸਨ ਬਹੁਤ ਉੱਚ ਦਰਜੇ ਦੇ। ਅਤੇ ਜੋ ਡਾਕਟਰ ਰਜਿੰਦਰ ਪ੍ਰਸਾਦ ਸਨ, ਉਹਨਾਂ ਦਾ ਜੋ ਕਾਰਜਕਾਲ ਹੈ 26 ਜਨਵਰੀ 1950। 26 ਜਨਵਰੀ 1950 ਤੋਂ 13 ਮਈ 1962 ਤੱਕ ਰਹੇ ਨੇ। ਲਗਭਗ 12 ਸਾਲ ਤੋਂ ਵੀ ਵੱਧ ਸਮਾਂ ਇਹ ਦੇਸ਼ ਦੇ ਰਾਸ਼ਟਰਪਤੀ ਰਹੇ ਨੇ। ਇਕੱਲੇ ਇਹ ਰਾਸ਼ਟਰਪਤੀ ਸਨ ਜੋ ਇੰਨਾ ਵੱਧ ਸਮਾਂ ਦੇਸ਼ ਦੇ ਵਾਸਤੇ ਜਿਨ੍ਹਾਂ ਨੇ ਸੇਵਾ ਕੀਤੀ। ਜੋ ਦੇਸ਼ ਦਾ ਸੰਵਿਧਾਨ ਬਣਿਆ ਤਾਂ ਇਹ ਉਹਦੀ ਜਿਹੜੀ ਕਮੇਟੀ ਬਣੀ ਸੰਵਿਧਾਨ ਨੂੰ ਬਣਾਉਣ ਵਾਸਤੇ, ਜੋ ਅਸੈਂਬਲੀ ਸੀ, ਉਹਦੇ ਪ੍ਰੈਜ਼ੀਡੈਂਟ ਵੀ ਇਹ ਖੁਦ ਹੀ ਸਨ। ਜਦ 1947 ਵਿੱਚ ਦੇਸ਼ ਆਜ਼ਾਦ ਹੋਇਆ, ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਤਾਂ ਉਸ ਕੈਬਨਿਟ ਦੇ ਵਿੱਚ ਦੇਸ਼ ਦਾ ਜੋ ਪਹਿਲਾ ਐਗਰੀਕਲਚਰ ਮਿਨਿਸਟਰ ਸਨ, ਭਾਵ ਖੇਤੀਬਾੜੀ ਮੰਤਰੀ ਸਨ, ਉਹ ਡਾਕਟਰ ਰਜਿੰਦਰ ਪ੍ਰਸਾਦ ਹੀ ਸਨ। 15 ਅਗਸਤ 1947 ਤੋਂ ਲੈ ਕੇ 14 ਜਨਵਰੀ 1948 ਤੱਕ ਉਹ ਦੇਸ਼ ਦੇ ਖੇਤੀਬਾੜੀ ਮੰਤਰੀ ਰਹੇ। ਉਸ ਤੋਂ ਬਾਅਦ ਜਦੋਂ ਦੇਸ਼ ਦਾ ਸੰਵਿਧਾਨ ਲਾਗੂ ਹੋ ਗਿਆ ਤਾਂ 26 ਜਨਵਰੀ 1950 ਤੋਂ ਲੈ ਕੇ 13 ਮਈ 1962 ਤੱਕ ਉਹ ਦੇਸ਼ ਦੇ ਰਾਸ਼ਟਰਪਤੀ ਰਹੇ। ਉਹਨਾਂ ਦੀ ਮੌਤ 28 ਫਰਵਰੀ 1963 ਨੂੰ ਪਟਨਾ, ਬਿਹਾਰ ਵਿੱਚ ਹੋਈ। ਇਹ ਸਨ ਸਾਡੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ। ਉਸ ਤੋਂ ਬਾਅਦ ਨੰਬਰ ਆਉਂਦਾ ਹੈ ਜੋ ਦੇਸ਼ ਦੇ ਦੂਜੇ ਰਾਸ਼ਟਰਪਤੀ ਸਨ, ਉਹ ਸਨ ਡਾਕਟਰ ਸਰਵੇਪੱਲੀ ਰਾਧਾ ਕ੍ਰਿਸ਼ਨਨ। ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਸਨ। ਇਹਨਾਂ ਦਾ ਜਨਮ 5 ਸਤੰਬਰ 1888 ਈਸਵੀ ਨੂੰ ਮਦਰਾਸ ਵਿਖੇ ਹੋਇਆ। ਬਹੁਤ ਵੱਡੇ ਫਿਲੋਸਫਰ ਟਾਈਪ ਬੰਦੇ ਸਨ, ਜੋ ਇੱਕ ਖੁਦ ਪ੍ਰੋਫੈਸਰ ਵੀ ਸਨ। ਅਤੇ ਉਹਨਾਂ ਦਾ ਜੋ ਕਾਰਜਕਾਲ ਹੈ ਉਹ 13 ਮਈ 1962 ਤੋਂ ਸ਼ੁਰੂ ਹੁੰਦਾ ਹੈ ਅਤੇ 13 ਮਈ 1967 ਤੱਕ 5 ਸਾਲ ਉਹ ਦੇਸ਼ ਦੇ ਰਾਸ਼ਟਰਪਤੀ ਰਹੇ। ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਦੇਸ਼ ਦੇ ਰਾਸ਼ਟਰਪਤੀ ਦਾ ਜੋ ਇੱਕ ਕਾਰਜਕਾਲ ਹੈ ਉਹ 5 ਸਾਲ ਦਾ ਹੈ, ਜੋ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ। 5 ਸਾਲ ਪੂਰੇ ਹੋਣ ਤੋਂ ਬਾਅਦ ਉਹਨਾਂ ਨੂੰ ਆਪਣੀ ਕੁਰਸੀ ਛੱਡਣੀ ਪੈਂਦੀ ਆ ਅਤੇ ਜਾਂ ਉਹਨਾਂ ਨੂੰ ਦੁਬਾਰਾ ਸਰਬਸੰਮਤੀ ਦੇ ਨਾਲ ਜਾਂ ਵੋਟਾਂ ਦੇ ਨਾਲ ਉਹਨਾਂ ਨੂੰ ਦੁਬਾਰਾ ਰਾਸ਼ਟਰਪਤੀ ਚੁਣਿਆ ਜਾ ਸਕਦਾ ਹੈ। ਇਹ ਦੇਸ਼ ਦੇ ਸੰਵਿਧਾਨ ਦੇ ਵਿੱਚ ਦੱਸਿਆ ਹੋਇਆ ਹੈ। ਇਹਨਾਂ ਦਾ ਕਾਰਜਕਾਲ ਜੋ 13 ਮਈ 1967 ਤੱਕ ਸੀ। ਉਸ ਤੋਂ ਪਹਿਲਾਂ ਇਹ ਜੋ ਬਨਾਰਸ ਹਿੰਦੂ ਯੂਨੀਵਰਸਿਟੀ ਆ ਉਹਦੇ ਵਾਈਸ ਚਾਂਸਲਰ ਵੀ ਰਹੇ ਅਤੇ ਇਹਨਾਂ ਨੇ ਜੋ ਦੇਸ਼ ਦੇ ਵਿੱਚ ਵਿੱਦਿਆ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਜੋ ਇਹਨਾਂ ਦਾ ਜਨਮ ਦਿਨ ਹੈ 5 ਸਤੰਬਰ 1888 ਸੀ ਅਤੇ ਇਸ ਕਰਕੇ ਇਹਨਾਂ ਦੇ ਜਨਮ ਦਿਨ ਵਾਲੇ ਦਿਨ 5 ਸਤੰਬਰ ਨੂੰ ਟੀਚਰ ਡੇ ਮਨਾਇਆ ਜਾਂਦਾ ਹੈ। ਜੋ ਆਪਾਂ ਸਕੂਲਾਂ ਦੇ ਵਿੱਚ ਟੀਚਰ ਡੇ ਮਨਾਉਂਦੇ ਆ, ਉਹ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਵਾਲੇ ਦਿਨ ਮਨਾਉਂਦੇ ਆ। ਇਹਨਾਂ ਨੂੰ ਦੇਸ਼ ਤੋਂ ਬਹੁਤ ਅਵਾਰਡ ਮਿਲੇ। ਦੇਸ਼ ਦਾ ਸਭ ਤੋਂ ਵੱਡਾ ਅਵਾਰਡ ਭਾਰਤ ਰਤਨ, ਜੋ ਕਿਸੇ ਸਿਵਲੀਅਨ ਨੂੰ ਦਿੱਤਾ ਜਾਂਦਾ ਹੈ, ਦੇਸ਼ ਦਾ ਸਭ ਤੋਂ ਵੱਡਾ ਅਵਾਰਡ ਭਾਰਤ ਰਤਨ, ਉਹ ਇਹਨਾਂ ਨੂੰ 1954 ਵਿੱਚ ਮਿਲਿਆ। ਇਸ ਤੋਂ ਇਲਾਵਾ ਇਹਨਾਂ ਨੂੰ ਬ੍ਰਿਟਿਸ਼ ਰਾਜ ਵੱਲੋਂ ਵੀ ਬਹੁਤ ਤਰ੍ਹਾਂ ਦੇ ਅਵਾਰਡ ਮਿਲਦੇ ਰਹੇ, ਕਿਉਂਕਿ ਉਹਨਾਂ ਨੇ ਵਿੱਦਿਆ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਅਤੇ ਦੇਸ਼ ਦਾ ਜੋ ਸਿਸਟਮ ਸੀ ਉਹਨੂੰ ਬਹੁਤ ਸੁਧਾਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਦੀ ਡੈਥ ਹੁੰਦੀ ਹੈ 17 ਅਪ੍ਰੈਲ 1975 ਨੂੰ 86 ਸਾਲਾਂ ਦੀ ਉਮਰ ਵਿੱਚ ਮਦਰਾਸ, ਤਮਿਲਨਾਡੂ ਦੇ ਵਿੱਚ। ਇਸ ਤੋਂ ਬਾਅਦ ਜੋ ਸਾਡੇ ਤੀਜੇ ਰਾਸ਼ਟਰਪਤੀ ਨੇ ਉਹ ਨੇ ਡਾਕਟਰ ਜ਼ਾਕਿਰ ਹੁਸੈਨ। ਜੋ ਡਾਕਟਰ ਜ਼ਾਕਿਰ ਹੁਸੈਨ ਸੀ,
ਇਹ ਸਾਡੇ ਦੇਸ਼ ਦੇ ਸਭ ਤੋਂ ਪਹਿਲੇ ਮੁਸਲਿਮ ਪ੍ਰੈਜ਼ੀਡੈਂਟ ਹੋਏ ਨੇ। ਜੋ ਵੀ ਸਰਕਾਰੀ ਐਗਜ਼ਾਮ ਹੁੰਦੇ ਨੇ ਉਹਨਾਂ ਵਿੱਚ ਤੁਹਾਨੂੰ ਸਿੱਧਾ ਸਿੱਧਾ ਨਹੀਂ ਕੁਝ ਵੀ ਪੁੱਛਿਆ ਜਾਏਗਾ। ਉਹਨਾਂ ਵਿੱਚ ਇਹ ਪੁੱਛਿਆ ਜਾ ਸਕਦਾ ਹੈ ਕਿ ਜੋ ਸਾਡੇ ਦੇਸ਼ ਦੇ ਪਹਿਲੇ ਮੁਸਲਿਮ ਪ੍ਰੈਜ਼ੀਡੈਂਟ ਕੌਣ ਨੇ, ਜਾਂ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਦੇਸ਼ ਦੇ ਪਹਿਲੇ ਸਿੱਖ ਰਾਸ਼ਟਰਪਤੀ ਕੌਣ ਸਨ, ਦੇਸ਼ ਦੇ ਐਸੇ ਕੌਣ ਰਾਸ਼ਟਰਪਤੀ ਸਨ ਜੋ ਸਾਇੰਟਿਸਟ ਸਨ। ਇਸ ਤਰ੍ਹਾਂ ਦੇ ਕੁਐਸਚਨ ਜੋ ਘੁਮਾ ਕੇ ਪੁੱਛੇ ਜਾਂਦੇ ਆ, ਅਤੇ ਉੱਥੇ ਬਹੁਤ ਸਾਰੇ ਜੋ ਸਟੂਡੈਂਟ ਹੈ ਉਹਨਾਂ ਨੂੰ ਨਹੀਂ ਸਮਝ ਆਉਂਦੀ ਕਿ ਇਹ ਕਿਹੜਾ ਪ੍ਰਸ਼ਨ ਪੁੱਛਿਆ ਗਿਆ, ਇਹਦਾ ਕੀ ਜਵਾਬ ਹੋਏਗਾ। ਇਸ ਤਾਂ ਹੀ ਇਹ ਪੋਸੀਬਲ ਹੈ ਕਿ ਜੇ ਤੁਸੀਂ ਉਹਨਾਂ ਬਾਰੇ ਪੂਰਾ ਜਾਣਕਾਰੀ ਲਵੋਗੇ, ਪਹਿਲਾਂ ਆਪਣੀ ਮਿਹਨਤ ਕਰੋਗੇ। ਜੇ ਆਪਾਂ ਗੱਲ ਕਰਦੇ ਹਾਂ ਡਾਕਟਰ ਜ਼ਾਕਿਰ ਹੁਸੈਨ ਬਾਰੇ, ਇਹਨਾਂ ਦਾ ਪੂਰਾ ਨਾਮ ਡਾਕਟਰ ਜ਼ਾਕਿਰ ਹੁਸੈਨ ਖਾਨ ਸੀ। ਇਹਨਾਂ ਦਾ ਜਨਮ 8 ਫਰਵਰੀ 1897 ਨੂੰ ਹੈਦਰਾਬਾਦ ਵਿਖੇ ਹੋਇਆ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਇਹ 1957 ਤੋਂ ਲੈ ਕੇ 1962 ਤੱਕ ਬਿਹਾਰ ਦੇ ਗਵਰਨਰ ਰਹੇ। ਉਸ ਤੋਂ ਬਾਅਦ ਇਹ ਉਪ ਰਾਸ਼ਟਰਪਤੀ ਬਣੇ 1962 ਤੋਂ ਲੈ ਕੇ 1967 ਤੱਕ। ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਹੈ, ਜੋ ਦੇਸ਼ ਦੀ ਬਹੁਤ ਹੀ ਫੇਮਸ ਯੂਨੀਵਰਸਿਟੀ ਹੈ, ਉਹਦੇ ਫਾਊਂਡਰਾਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਹੈ ਕਿ ਉਹ ਯੂਨੀਵਰਸਿਟੀ ਨੂੰ ਇਹਨਾਂ ਦੀ ਮਿਹਨਤ ਦੇ ਨਾਲ ਹੀ ਹੋਂਦ ਵਿੱਚ ਆਈ ਹੈ ਯੂਨੀਵਰਸਿਟੀ। ਉਹਦੇ ਵਾਈਸ ਚਾਂਸਲਰ ਰਹੇ 1928 ਤੋਂ ਲੈ ਕੇ। ਬਹੁਤ ਵੱਡੇ ਇਕਨੋਮਿਸਟ ਅਤੇ ਰਾਜਨੀਤਿਕ ਸਨ। ਇਹਨਾਂ ਨੂੰ ਵੀ 1963 ਦੇ ਵਿੱਚ ਭਾਰਤ ਰਤਨ ਅਵਾਰਡ ਮਿਲਿਆ। ਡਾਕਟਰ ਜੋ ਜ਼ਾਕਿਰ ਹੁਸੈਨ ਸਨ, ਇਹਨਾਂ ਦਾ ਜੋ ਕਾਰਜਕਾਲ ਸੀ ਉਹ 13 ਮਈ 1967 ਤੋਂ ਲੈ ਕੇ 3 ਮਈ 1969 ਤੱਕ, ਭਾਵ ਕਿ 13 ਮਈ 1967 ਟੂ 3 ਮਈ ਆਫ 1969 ਤੱਕ ਹੈ। ਇੱਥੇ ਆਪਾਂ ਦੇਖਦੇ ਹਾਂ ਜੋ ਰਾਸ਼ਟਰਪਤੀ ਦਾ ਕਾਰਜਕਾਲ ਹੈ ਉਹ 5 ਸਾਲ ਹੁੰਦਾ ਹੈ, ਪਰ ਇਹਨਾਂ ਦਾ ਕਾਰਜਕਾਲ ਸਿਰਫ 2 ਕੁ ਸਾਲ ਹੀ ਆਪਾਂ ਨੂੰ ਦਿਖਦਾ ਹੈ। ਇਹ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ ਕਿ ਜਿਨ੍ਹਾਂ ਦੀ ਮੌਤ ਰਾਸ਼ਟਰਪਤੀ ਹੁੰਦਿਆਂ ਹੋ ਗਈ, ਕਿ ਜਦੋਂ ਉਹ ਆਪਣੇ ਰਾਸ਼ਟਰਪਤੀ ਦੇ ਅਹੁਦੇ 'ਤੇ ਸਨ ਉਦੋਂ ਹੀ ਇਹਨਾਂ ਦੀ ਡੈਥ ਹੋ ਗਈ। ਜਦੋਂ ਇਹਨਾਂ ਦੀ ਡੈਥ ਹੋਈ ਤਾਂ ਉਸ ਤੋਂ ਬਾਅਦ ਜੋ ਦੇਸ਼ ਦਾ ਇੱਕਦਮ ਕਿਸੇ ਨੂੰ ਆਪਾਂ ਰਾਸ਼ਟਰਪਤੀ ਨਹੀਂ ਲਗਾ ਸਕਦੇ। ਉਹ ਰਾਸ਼ਟਰਪਤੀ ਤੋਂ ਪਹਿਲਾਂ ਚੋਣਾਂ ਹੁੰਦੀਆਂ ਨੇ। ਜਦੋਂ ਚੋਣਾਂ ਦੇ ਵਿੱਚ ਕੋਈ ਉਮੀਦਵਾਰ ਜਿੱਤਦਾ ਹੈ ਤਾਂ ਹੀ ਉਹ ਦੇਸ਼ ਦਾ ਰਾਸ਼ਟਰਪਤੀ ਬਣਦਾ ਹੈ। ਪਰ ਜਦ ਤੱਕ ਕੋਈ ਦੂਸਰਾ ਰਾਸ਼ਟਰਪਤੀ ਨਹੀਂ ਆਉਂਦਾ ਤੱਕ ਇੱਕ ਐਕਟਿੰਗ ਰਾਸ਼ਟਰਪਤੀ, ਜਿਹਨੂੰ ਆਪਾਂ ਐਕਟਿੰਗ ਪ੍ਰੈਜ਼ੀਡੈਂਟ ਕਹਿੰਦੇ ਹਾਂ, ਉਹ ਲਗਾਇਆ ਜਾਂਦਾ ਹੈ। ਜੇਕਰ ਰਾਸ਼ਟਰਪਤੀ ਦੀ ਕਿਸੇ ਕਾਰਨ ਡੈਥ ਹੋ ਜਾਂਦੀ ਹੈ ਤਾਂ ਉਹਨਾਂ ਦੀ ਜਗ੍ਹਾ ਐਕਟਿੰਗ ਰਾਸ਼ਟਰਪਤੀ ਜੋ ਹੈ ਉਹ ਵਾਈਸ ਪ੍ਰੈਜ਼ੀਡੈਂਟ ਨੂੰ, ਭਾਵ ਉਪ ਰਾਸ਼ਟਰਪਤੀ ਨੂੰ ਲਗਾਇਆ ਜਾਂਦਾ ਹੈ। ਜੇ ਉਪ ਰਾਸ਼ਟਰਪਤੀ ਵੀ ਕਿਸੇ ਕਾਰਨ ਆਪਣੇ ਅਹੁਦੇ 'ਤੇ ਨਹੀਂ ਹੈ, ਜਾਂ ਉਹ ਬਿਮਾਰ ਨੇ ਜਾਂ ਦੇਸ਼ ਤੋਂ ਬਾਹਰ ਨੇ, ਤਾਂ ਫਿਰ ਚੀਫ ਜਸਟਿਸ ਆਫ ਸੁਪਰੀਮ ਕੋਰਟ, ਜੋ ਚੀਫ ਜਸਟਿਸ ਆਫ ਇੰਡੀਆ ਹੁੰਦੇ ਨੇ, ਉਹਨਾਂ ਨੂੰ ਲਗਾਇਆ ਜਾਂਦਾ ਹੈ ਉਹ ਐਕਟਿੰਗ ਪ੍ਰੈਜ਼ੀਡੈਂਟ। ਇਸੇ ਤਰ੍ਹਾਂ ਹੀ ਫਿਰ ਜਦੋਂ ਡਾਕਟਰ ਜ਼ਾਕਿਰ ਹੁਸੈਨ ਦੀ ਡੈਥ ਹੋਈ ਹੈ, 20 ਜੁਲਾਈ ਕਾਰਜਕਾਲ 3 ਮਈ 1969 ਤੋਂ 20 ਜੁਲਾਈ 1969 ਤੱਕ ਦਾ ਸੀ, ਔਰ ਲਗਭਗ 2 ਕੁ ਮਹੀਨੇ ਦਾ ਟੈਨਰ ਸੀ ਉਹਨਾਂ ਦਾ, ਕਿਉਂਕਿ ਉਸ ਤੋਂ ਬਾਅਦ ਫਿਰ ਚੋਣਾਂ ਆਈਆਂ ਅਤੇ ਖੁਦ ਵੀ ਗਿਰੀ ਜੀ ਉਹ ਇਸ ਚੋਣਾਂ ਦੇ ਵਿੱਚ ਉਹ ਸਰਬਸੰਮਤੀ ਦੇ ਨਾਲ ਉਹਨਾਂ ਨੂੰ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ। ਉਹ ਦੇਸ਼ ਦੇ ਐਸੇ ਪਹਿਲੇ ਰਾਸ਼ਟਰਪਤੀ ਸਨ ਕਿ ਜੋ ਇੱਕ ਇੰਡੀਪੈਂਡੈਂਟ ਕੈਂਡੀਡੇਟ ਦੇ ਤੌਰ 'ਤੇ ਉਹਨਾਂ ਨੇ ਚੋਣ ਲੜੀ ਅਤੇ ਉਹਨਾਂ ਨੇ ਸਾਰਿਆਂ ਨੇ ਉਹਨਾਂ ਨੂੰ ਆਪਣਾ ਸਪੋਰਟ ਦਿੱਤੀ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਜੋ ਵੀ ਗਿਰੀ ਉਹਨਾਂ ਦੇ ਬਾਰੇ ਆਪਾਂ ਜਾਣਦੇ ਹਾਂ ਕਿ ਉਹਨਾਂ ਦਾ ਜੋ ਪੂਰਾ ਨਾਮ ਹੈ ਵਾਹਰਾਗਿਰੀ ਵੈਂਕਟਾ ਗਿਰੀ ਸੀ। ਉਹਨਾਂ ਦਾ ਜਨਮ 10 ਅਗਸਤ 1894 ਨੂੰ ਮਦਰਾਸ ਪ੍ਰੋਵਿੰਸ ਦੇ ਵਿੱਚ, ਕਿਉਂਕਿ ਮਦਰਾਸ ਰਾਜ ਆਜ਼ਾਦੀ ਤੋਂ ਪਹਿਲਾਂ ਬਹੁਤ ਵੱਡਾ ਰਾਜ ਸੀ, ਉੱਥੇ ਹੋਇਆ, ਜੋ ਅੱਜ ਦੇ ਡੇਟ ਦੇ ਵਿੱਚ ਉੜੀਸਾ ਦੇ ਵਿੱਚ ਉਹਨਾਂ ਦਾ ਜੋ ਜ਼ਿਲ੍ਹਾ ਹੈ ਉੜੀਸਾ ਵਿੱਚ ਪੈਂਦਾ ਹੈ। ਬਹਿਰਾਮਪੁਰ ਉਹਨਾਂ ਦਾ ਜੋ ਜ਼ਿਲ੍ਹਾ ਹੈ ਉਹਦਾ ਨਾਮ ਬਹਿਰਾਮਪੁਰ ਹੈ। ਮਦਰਾਸ ਪ੍ਰੋਵਿੰਸ ਦੇ ਵਿੱਚ ਵੀ ਉਹ ਮਿਨਿਸਟਰ ਆਫ ਲੇਬਰ ਐਂਡ ਇੰਡਸਟਰੀ ਰਹੇ 30 ਅਪ੍ਰੈਲ 1946 ਤੋਂ ਲੈ ਕੇ 23 ਮਾਰਚ 1947 ਤੱਕ, ਕਿਉਂਕਿ ਪ੍ਰੋਵਿੰਸਾਂ ਦੇ ਵਿੱਚ ਆਪਣੀ ਕੈਬਨਿਟ ਸੀ ਆਜ਼ਾਦੀ ਤੋਂ ਪਹਿਲਾਂ ਵੀ।
ਆਜ਼ਾਦੀ ਸਾਨੂੰ 15 ਅਗਸਤ 1947 ਨੂੰ ਮਿਲੀ, ਬਟ ਉਸ ਤੋਂ ਪਹਿਲਾਂ ਵੀ ਜੋ ਪ੍ਰੋਵਿੰਸਾਂ ਸਨ, ਜੋ ਰਾਜ ਸਨ, ਬੰਗਾਲ ਰਾਜ, ਮਦਰਾਸ ਰਾਜ, ਸਾਰਿਆਂ ਦੇ ਵਿੱਚ ਲੋਕਲ ਕੈਬਨਿਟਾਂ ਸਨ। ਅਤੇ ਉਹਦੇ ਵਿੱਚ ਇਹਨਾਂ ਨੂੰ ਮਿਨਿਸਟਰ ਆਫ ਲੇਬਰ ਐਂਡ ਇੰਡਸਟਰੀ ਲਗਾਇਆ ਗਿਆ। ਬਹੁਤ ਹੀ ਸੂਝਵਾਨ ਰਾਜਨੀਤਿਕ ਸਨ ਅਤੇ ਸਮਾਜ ਸੇਵਕ ਵੀ ਸਨ, ਸੋਸ਼ਲ ਐਕਟੀਵਿਸਟ ਵੀ ਸਨ, ਕਿ ਜਿਨ੍ਹਾਂ ਨੇ ਮਹਾਤਮਾ ਗਾਂਧੀ ਦੇ ਨਾਲ ਮਿਲ ਕੇ ਦੇਸ਼ ਦੇ ਵਿੱਚ ਸਮੇਂ-ਸਮੇਂ ਅੰਗਰੇਜ਼ ਸਰਕਾਰ ਦਾ ਵਿਰੋਧ ਕੀਤਾ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਨੂੰ ਗਵਰਨਰ ਲਗਾਇਆ ਗਿਆ ਯੂਪੀ ਦਾ। ਗਵਰਨਰ ਰਹੇ ਉਹ ਯੂਪੀ ਦੇ 10 ਜੂਨ 1956 ਤੋਂ ਲੈ ਕੇ 30 ਜੂਨ 1960 ਤੱਕ। ਫਿਰ ਉਹ ਗਵਰਨਰ ਬਣੇ ਕੇਰਲਾ ਦੇ 1 ਜੁਲਾਈ 1960 ਤੋਂ ਲੈ ਕੇ 2 ਅਪ੍ਰੈਲ 1965 ਤੱਕ। ਫਿਰ ਉਹ ਤੀਜੀ ਵਾਰ ਗਵਰਨਰ ਬਣੇ ਮੈਸੂਰ ਸਟੇਟ ਦੇ 2 ਅਪ੍ਰੈਲ 1965 ਤੋਂ ਲੈ ਕੇ 13 ਮਈ 1967 ਤੱਕ। ਇਸ ਤਰ੍ਹਾਂ ਉਹ 3 ਵਾਰ ਗਵਰਨਰ ਰਹੇ ਤਿੰਨਾਂ ਸਟੇਟਾਂ ਦੇ, ਉੱਤਰ ਪ੍ਰਦੇਸ਼ ਦੇ, ਕੇਰਲਾ ਦੇ ਅਤੇ ਮੈਸੂਰ ਜਿਹਨੂੰ ਕਹਿੰਦੇ ਉਹ ਬਾਅਦ ਵਿੱਚ ਉਹਦਾ ਨਾਂ ਕਰਨਾਟਕਾ ਪਿਆ, ਉਹਨੂੰ ਉੱਥੇ ਦੇ ਗਵਰਨਰ ਰਹੇ। ਉਸ ਤੋਂ ਬਾਅਦ ਦੇਸ਼ ਦੇ ਤੀਜੇ ਵਾਈਸ ਪ੍ਰੈਜ਼ੀਡੈਂਟ ਬਣੇ, ਉਪ ਰਾਸ਼ਟਰਪਤੀ ਬਣੇ 13 ਮਈ 1967 ਤੋਂ ਲੈ ਕੇ 3 ਮਈ 1969 ਤੱਕ। ਫਿਰ 3 ਮਈ ਤੋਂ ਉਹ ਦੇਸ਼ ਦੇ ਐਕਟਿੰਗ ਪ੍ਰੈਜ਼ੀਡੈਂਟ ਬਣੇ ਡਾਕਟਰ ਜ਼ਾਕਿਰ ਹੁਸੈਨ ਖਾਨ ਦੀ ਮੌਤ ਤੋਂ ਬਾਅਦ। ਅਤੇ ਉਹ ਖੁਦ ਜੋ ਉਹਨਾਂ ਦਾ ਰਾਸ਼ਟਰਪਤੀ ਦਾ ਜੋ ਕਾਰਜਕਾਲ ਹੈ ਉਹ 24 ਮਈ 1969 ਤੋਂ ਲੈ ਕੇ 24 ਅਗਸਤ 1974 ਤੱਕ ਬਣਦਾ ਹੈ। 24 ਜੂਨ 1980 ਨੂੰ ਮਦਰਾਸ ਚੇਨਈ ਵਿੱਚ ਹੁੰਦੀ ਹੈ। ਜਦੋਂ 24 ਅਗਸਤ 1974 ਨੂੰ ਇਹਨਾਂ ਦਾ ਕਾਰਜਕਾਲ ਖਤਮ ਹੁੰਦਾ ਹੈ ਅਤੇ ਇਹਨਾਂ ਤੋਂ ਬਾਅਦ ਜੋ ਦੇਸ਼ ਦੇ 5ਵੇਂ ਰਾਸ਼ਟਰਪਤੀ ਬਣਦੇ ਨੇ ਡਾਕਟਰ ਫਖਰੂਦੀਨ ਅਲੀ ਅਹਿਮਦ। ਜੋ ਡਾਕਟਰ ਫਖਰੂਦੀਨ ਅਲੀ ਅਹਿਮਦ ਹੈ, ਇਹਨਾਂ ਦਾ ਜਨਮ 13 ਮਈ 1905 ਨੂੰ ਦਿੱਲੀ ਵਿੱਚ ਹੁੰਦਾ ਹੈ। ਕਿੱਤੇ ਵਜੋਂ ਇਹ ਇੱਕ ਵਕੀਲ ਸਨ ਅਤੇ ਰਾਜਨੀਤੀ ਦੀ ਬਹੁਤ ਸੂਝ-ਬੂਝ ਰੱਖਦੇ ਸਨ। ਦੇਸ਼ ਦੇ ਦੂਸਰੇ ਮੁਸਲਿਮ ਪ੍ਰੈਜ਼ੀਡੈਂਟ ਹੋਣ ਦਾ ਮਾਣ ਹੈ ਜੋ ਡਾਕਟਰ ਫਖਰੂਦੀਨ ਅਲੀ ਅਹਿਮਦ ਨੂੰ ਮਿਲਦਾ ਹੈ। ਅਤੇ ਜਿੱਥੇ ਦੇਸ਼ ਦੇ ਦੂਜੇ ਮੁਸਲਿਮ ਰਾਸ਼ਟਰਪਤੀ ਸਨ, ਅਤੇ ਦੇਸ਼ ਦੇ ਦੂਜੇ ਹੀ ਰਾਸ਼ਟਰਪਤੀ ਸਨ ਕਿ ਜਿਨ੍ਹਾਂ ਦੀ ਮੌਤ ਆਪਣੇ ਕਾਰਜਕਾਲ ਦੌਰਾਨ ਹੀ ਹੋ ਜਾਂਦੀ ਹੈ। 24 ਅਗਸਤ 1974 ਤੋਂ ਲੈ ਕੇ 11 ਫਰਵਰੀ 1977 ਤੱਕ ਇਹਨਾਂ ਦਾ ਕਾਰਜਕਾਲ ਸੀ। 11 ਫਰਵਰੀ 1977 ਨੂੰ ਇਹਨਾਂ ਦੀ ਮੌਤ ਹੋ ਜਾਂਦੀ ਹੈ ਆਪਣੇ ਆਫਿਸ ਦੇ ਵਿੱਚ ਹੀ। ਇਹਨਾਂ ਨੇ ਜੋ ਕੁਇਟ ਇੰਡੀਆ ਮੂਵਮੈਂਟ ਸੀ, ਅੰਗਰੇਜ਼ੋ ਦੇਸ਼ ਛੋੜੋ ਜਾਂ ਅੰਗਰੇਜ਼ੋ ਦੇਸ਼ ਛੱਡੋ ਜੋ ਮੂਵਮੈਂਟ ਸੀ, ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ। 1952 ਤੋਂ 1953 ਤੱਕ ਇਹ MP ਰਹੇ ਰਾਜ ਸਭਾ ਦੇ। ਇੱਥੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜੋ ਸਾਡਾ ਪਾਰਲੀਮੈਂਟ ਹੈ ਇਹ 'ਚ 2 ਸਭਾ ਨੇ, ਇੱਕ ਨੂੰ ਆਪਾਂ ਲੋਕ ਸਭਾ ਕਹਿੰਦੇ ਹਾਂ, ਇੱਕ ਰਾਜ ਸਭਾ ਹੁੰਦੀ ਹੈ। ਇਹਦੇ ਬਾਰੇ ਇੱਕ ਵੱਖਰੀ ਵੀਡੀਓ ਬਣਾ ਕੇ ਤੁਹਾਨੂੰ ਦੱਸਿਆ ਜਾਊਗਾ ਡਿਟੇਲ ਦੇ ਵਿੱਚ ਕਿ ਰਾਜ ਸਭਾ ਕੀ ਹੁੰਦੀ ਆ ਅਤੇ ਲੋਕ ਸਭਾ ਕੀ ਹੁੰਦੀ ਆ। ਉਸ ਤੋਂ ਬਾਅਦ ਇਹ ਐਡਵੋਕੇਟ ਜਨਰਲ ਰਹੇ ਆ ਗੌਰਮੈਂਟ ਆਫ ਅਸਾਮ ਦੇ, ਅਤੇ 2 ਵਾਰ ਅਸਾਮ ਜੋ ਸਟੇਟ ਆ ਉਹਦੇ ਵਿੱਚੋਂ ਜੋ MLA ਬਣਦੇ ਨੇ, ਜਿਸ ਤਰ੍ਹਾਂ 2 ਵਾਰ ਉੱਥੋਂ MLA ਜਿੱਤੇ 1957 ਤੋਂ ਲੈ ਕੇ 1957 ਤੋਂ ਲੈ ਕੇ 1962 ਤੱਕ, ਅਤੇ 1962 ਦੇ ਵਿੱਚ ਫਿਰ ਦੁਬਾਰਾ ਚੋਣਾਂ ਆਈਆਂ ਅਤੇ 1967 ਤੱਕ ਫਿਰ ਇਹ ਉੱਥੋਂ ਦੇ MLA ਰਹੇ ਅਤੇ ਚੰਗੀਆਂ ਜੋ ਪੋਸਟਾਂ 'ਤੇ ਇਹਨਾਂ ਨੇ ਰਾਜ ਦੀ ਸੇਵਾ ਕੀਤੀ। 1967 ਦੇ ਵਿੱਚ ਲੋਕ ਸਭਾ ਅਸੈਂਬਲੀ ਵਾਸਤੇ ਅਸਾਮ ਵਿੱਚੋਂ ਇਹਨਾਂ ਨੇ ਚੋਣ ਲੜੀ ਅਤੇ ਫਿਰ 1971 ਦੇ ਵਿੱਚ ਦੁਬਾਰਾ ਲੋਕ ਸਭਾ ਦੇ ਵਿੱਚ MP ਬਣ ਕੇ ਆਏ। ਉਹਨਾਂ ਨੂੰ ਬਹੁਤ ਅਤੇ ਅੰਤ ਨੂੰ ਇਹ ਜੋ ਦੇਸ਼ ਦੇ ਰਾਸ਼ਟਰਪਤੀ ਬਣੇ ਆ 1974 ਤੋਂ ਲੈ ਕੇ 1977 ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ, ਅਤੇ 1977 ਦੇ ਵਿੱਚ ਇਹਨਾਂ ਦੀ ਆਪਣੇ ਆਫਿਸ ਦੇ ਵਿੱਚ ਹੀ ਆਪਣੇ ਕਾਰਜਕਾਲ ਦੇ ਦੌਰਾਨ ਹੀ ਨਵੀਂ ਦਿੱਲੀ ਇਹਨਾਂ ਦੀ ਮੌਤ ਹੋ ਜਾਂਦੀ ਹੈ।